ਲਵਲੀ ਬਾਬਾ ਪੰਜਾਬ ਦਾ ਇੱਕ ਨਾਮੀ ਗੈਂਗਸਟਰ ਸੀ, ਜਿਸ ਦਾ ਕਿ ਸਾਲ 2008 ਵਿੱਚ ਗੈਂਗਸਟਰ ਸੁੱਖਾ ਕਾਹਲੋਂ ਦੇ ਦੁਆਰਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇੱਕ ਸਮਾਂ ਅਜਿਹਾ ਸੀ ਜਦੋਂ ਲਵਲੀ ਬਾਬਾ ਅਤੇ ਗੈਂਗਸਟਰ ਸੁੱਖਾ ਕਾਹਲੋਂ ਚੰਗੇ ਮਿੱਤਰ ਹੋਇਆ ਕਰਦੇ ਸੀ। ਜਦੋਂ ਵਿੱਕੀ ਗੌਂਡਰ ਜਲੰਧਰ ਸਪੋਰਟਸ ਅਕੈਡਮੀ ਦੇ ਵਿੱਚ ਪੜ੍ਹਦਾ ਸੀ ਤਾਂ ਉਸ ਦੀ ਮੁਲਾਕਾਤ ਲਵਲੀ ਬਾਬਾ ਨਾਲ ਹੋਈ। ਅੱਗੇ ਚੱਲ ਕੇ ਵਿੱਕੀ ਗੌਂਡਰ ਅਤੇ ਲਵਲੀ ਬਾਬਾ ਦੇ ਨਾਲ ਪ੍ਰੇਮਾ ਲਾਹੌਰੀਆ ਦੀ ਮੁਲਾਕਾਤ ਹੋਈ, ਜਿਸ ਤੋਂ ਬਾਅਦ ਤਿੰਨੇ ਚੰਗੇ ਦੋਸਤ ਬਣ ਗਏ ਅਤੇ ਪ੍ਰੇਮਾ ਲਾਹੌਰੀਆ ਨੇ ਹੀ ਲਵਲੀ ਬਾਬਾ ਦੀ ਮੁਲਾਕਾਤ ਸੁੱਖਾ ਕਾਹਲੋਂ ਦੇ ਨਾਲ ਕਰਾਈ ਸੀ। ਇਹਨਾਂ ਚਾਰੋਂ ਗੈਂਗਸਟਰਾਂ ਨੇ ਮਿਲ ਕੇ ਉਸ ਵਕਤ ਛੋਟੀਆਂ-ਮੋਟੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ, ਪਰ ਅੱਗੇ ਚੱਲ ਕੇ ਗਰੁੱਪ ਦਾ ਲੀਡਰ ਬਣਨ ਨੂੰ ਲੈ ਕੇ ਸੁੱਖਾ ਕਾਹਲੋਂ ਅਤੇ ਲਵਲੀ ਬਾਬਾ ਦੇ ਵਿਚਕਾਰ ਝਗੜਾ ਹੋ ਗਿਆ, ਜਿਸ ਤੋਂ ਬਾਅਦ ਸੁੱਖਾ ਕਾਹਲੋਂ ਨੇ ਸਾਲ 2008 ਦੇ ਵਿੱਚ ਲਵਲੀ ਬਾਬਾ ਨੂੰ ਉਸਦੇ ਹੀ ਪਿੰਡ ਦੀ ਜਿਮ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ। ਲਵਲੀ ਬਾਬਾ ਦੀ ਹੱਤਿਆ ਤੋਂ ਬਾਅਦ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨੂੰ ਉਸਦੇ ਜਾਣ ਦਾ ਕਾਫੀ ਵੱਡਾ ਸਦਮਾ ਲੱਗਾ। ਲਵਲੀ ਬਾਬਾ ਦੀ ਮੌਤ ਤੋਂ ਬਾਅਦ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨੇ ਸੁੱਖਾ ਕਾਹਲੋਂ ਤੋਂ ਉਸਦੀ ਮੌਤ ਦਾ ਬਦਲਾ ਲੈਣ ਦੀ ਕਸਮ ਖਾਈ ਸੀ। ਗੈਂਗਸਟਰ ਤੋਂ ਸਮਾਜ ਸੇਵੀ ਬਣਿਆ ਕੁਲਵੀਰ ਨਰੂਆਣਾ ਵੀ ਉਹਨਾਂ ਗੈਂਗਸਟਰਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਆਪਣੇ ਹੀ ਦੋਸਤ ਦੀ ਗੋਲੀ ਦਾ ਸ਼ਿਕਾਰ ਹੋਣਾ ਪਿਆ। ਕੁਝ ਸਮਾਂ ਪਹਿਲਾਂ ਕੁਲਵੀਰ ਨਰੂਆਣਾ ਜੀ ਉਸਦੇ ਹੀ ਦੋਸਤ ਮਨਿੰਦਰ ਮੰਨਾ ਦੇ ਦੁਆਰਾ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੈਂਗਸਟਰ ਕੁਲਵੀਰ ਨਰੂਆਣਾ ਮਾਮਲੇ ਦੇ ਵਿੱਚ ਦੋਸ਼ੀ ਸੀ ਅਤੇ ਉਹ ਜ਼ਮਾਨਤ ਤੇ ਬਾਹਰ ਆਇਆ ਸੀ। ਕੁਲਵੀਰ ਨਰੂਆਣਾ ਦਾ ਜਨਮ 1981 ਨੂੰ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਰੂਆਣਾ ਵਿੱਚ ਹੋਇਆ ਸੀ। ਪਿਛਲੇ ਕੁਝ ਸਮੇਂ ਤੋਂ ਕੁਲਵੀਰ ਨਰੂਆਣਾ ਨੂੰ ਲੋਕ ਇੱਕ ਸਮਾਜ ਸੇਵੀ ਵਜੋਂ ਜਾਣਦੇ ਸਨ। ਕੁਲਵੀਰ ਨਰੂਆਣਾ ਦੇ ਉੱਤੇ 26 ਤੋਂ ਜ਼ਿਆਦਾ ਮਾਮਲੇ ਦਰਜ ਸਨ, ਜਿਨ੍ਹਾਂ ਦੇ ਵਿੱਚ ਕਤਲ ਦੀ ਕੋਸ਼ਿਸ਼ ਅਤੇ ਲੁੱਟ-ਮਾਰ ਵਰਗੇ ਮਾਮਲੇ ਸੀ। ਸਾਲ 2014 ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦੇ ਦੁਆਰਾ ਕੁਲਵੀਰ ਨਰੂਆਣਾ ਨੂੰ ਉਸਦੇ ਸਮਾਜ ਸੇਵੀ ਦੇ ਕੰਮਾਂ ਦੇ ਲਈ ਸਨਮਾਨਿਤ ਵੀ ਕੀਤਾ ਗਿਆ ਸੀ। ਆਪਣੇ ਉੱਪਰ ਲੱਗੇ 26 ਕੇਸਾਂ ਦੇ ਵਿੱਚੋਂ ਕੁਲਵੀਰ ਨਰੂਆਣਾ 8 ਕੇਸਾਂ ਦੇ ਵਿੱਚੋਂ ਬਰੀ ਹੋ ਚੁੱਕਿਆ ਸੀ, ਜਦੋਂ ਕਿ 18 ਕੇਸ ਅਜੇ ਵੀ ਪੈਂਡਿੰਗ ਸਨ। 21 ਜੂਨ 2021 ਨੂੰ ਕੁਲਵੀਰ ਨਰੂਆਣਾ ਦੀ ਗੱਡੀ ਦੇ ਉੱਤੇ ਇੱਕ ਹਮਲਾ ਹੋਇਆ ਸੀ, ਜਦੋਂ ਉਹ ਮਲੋਟ ਤੋਂ ਆ ਰਿਹਾ ਸੀ, ਪਰ ਗੱਡੀ ਵਾਲਟ ਪ੍ਰੂਫ ਹੋਣ ਦੇ ਕਾਰਨ ਉਸ ਸਮੇਂ ਉਹ ਬਚ ਗਿਆ ਸੀ। ਜੁਲਾਈ 2014 ਵਿੱਚ ਕੁਲਵੀਰ ਨਰੂਆਣਾ ਦੇ ਕੋਲੋਂ ਕੁਝ ਗੈਰ ਕਾਨੂੰਨੀ ਹਥਿਆਰ ਬਰਾਮਦ ਹੋਏ ਸੀ, ਜਿਸ ਦੇ ਤਹਿਤ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ, ਪਰ ਕੁਝ ਸਮੇਂ ਬਾਅਦ ਉਹ ਜ਼ਮਾਨਤ ਤੇ ਬਾਹਰ ਆ ਗਿਆ। ਜਨਵਰੀ 2015 ਵਿੱਚ ਕੁਲਵੀਰ ਨੂੰ ਇੱਕ ਹੋਰ ਕੇਸ ਦੇ ਲਈ ਗ੍ਰਿਫਤਾਰ ਕਰ ਲਿਆ ਗਿਆ। ਅੱਗੇ ਚੱਲ ਕੇ ਕੁਲਵੀਰ ਨਰੂਆਣਾ ਨੂੰ ਸਿਹਤ ਵਿਗੜਨ ਦੇ ਕਾਰਨ ਪੁਲਿਸ ਕਸਟਡੀ ਵਿੱਚ ਹੀ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਬਠਿੰਡਾ ਸਿਵਲ ਹਸਪਤਾਲ ਤੋਂ ਪੁਲਿਸ ਮੁਲਾਜ਼ਮਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਕੁਝ ਸੂਤਰਾਂ ਦੇ ਮੁਤਾਬਕ ਸਾਲ 2016 ਤੱਕ ਕੁਲਵੀਰ ਨਰੂਆਣਾ ਦੇ ਉੱਪਰ ਸਾਰੇ ਕੇਸ ਖਤਮ ਹੋ ਚੁੱਕੇ ਸਨ ਅਤੇ ਹੁਣ ਉਹ ਇੱਕ ਸਿੰਪਲ ਜ਼ਿੰਦਗੀ ਜਿਉਣਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਉਹ ਗਰੀਬਾਂ ਦੀ ਮਦਦ ਕਰੇ, ਪਰ ਬਦਕਿਸਮਤੀ ਨਾਲ ਉਹ ਜ਼ਿਆਦਾ ਸਮੇਂ ਤੱਕ ਸਮਾਜ ਸੇਵਾ ਨਹੀਂ ਕਰ ਸਕਿਆ। ਜੁਲਾਈ 2021 ਵਿੱਚ ਕੁਲਵੀਰ ਨਰੂਆਣਾ ਦੀ ਮਨਦੀਪ ਸਿੰਘ ਮੰਨਾ ਦੇ ਦੁਆਰਾ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਿਹਾ ਜਾਂਦਾ ਹੈ ਕਿ ਮਨਦੀਪ ਸਿੰਘ ਮੰਨਾ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਹੈ ਅਤੇ ਇਸ ਦੀ ਕੁਲਵੀਰ ਨਰੂਆਣਾ ਨਾਲ ਵੀ ਚੰਗੀ ਦੋਸਤੀ ਸੀ। ਪੁਲਿਸ ਦੇ ਮੁਤਾਬਕ ਮੰਨਾ ਕੁਲਵੀਰ ਨਰੂਆਣਾ ਦੇ ਨਾਲ ਕੁਝ ਚਰਚਾ ਦੇ ਲਈ ਉਸ ਦੇ ਘਰ ਆਇਆ ਸੀ, ਜਿੱਥੇ ਉਹਨਾਂ ਨੇ ਬੈਠ ਕੇ ਚਾਹ ਪੀਤੀ ਸੀ ਅਤੇ ਬਾਅਦ ਵਿੱਚ ਜਾਣ ਸਮੇਂ ਮਨਿੰਦਰ ਮੰਨਾ ਨੇ ਕੁਲਵੀਰ ਨਰੂਆਣਾ ਨੂੰ ਕੁਝ ਨਿੱਜੀ ਚਰਚਾ ਦੇ ਲਈ ਉਸ ਦੀ ਗੱਡੀ ਵਿੱਚ ਆਉਣ ਲਈ ਕਿਹਾ ਸੀ। ਜਦੋਂ ਕੁਲਵੀਰ ਉਸ ਦੀ SUV ਗੱਡੀ ਵਿੱਚ ਗਿਆ ਤਾਂ ਉੱਥੇ ਮੰਨਾ ਦੇ ਦੁਆਰਾ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਮੰਨਾ ਦੇ ਦੁਆਰਾ ਕੁਲਵੀਰ ਦੇ 5 ਗੋਲੀਆਂ ਮਾਰੀਆਂ ਗਈਆਂ, ਜਿਸ ਨਾਲ ਕੁਲਵੀਰ ਨਰੂਆਣਾ ਨੇ ਉਸ ਸਮੇਂ ਮੌਕੇ ਤੇ ਹੀ ਦਮ ਤੋੜ ਦਿੱਤਾ। ਸੁੱਖਾ ਕਾਹਲੋਂ ਅਤੇ ਵਿੱਕੀ ਗੌਂਡਰ ਪੰਜਾਬ ਦੇ ਦੋ ਨਾਮੀ A ਕੈਟਾਗਰੀ ਦੇ ਗੈਂਗਸਟਰ ਰਹੇ ਨੇ। ਜਿੱਥੇ ਸੁੱਖਾ ਕਾਹਲੋਂ ਇੱਕ ਕਾਫੀ ਅਮੀਰ ਪਰਿਵਾਰ ਨੂੰ ਬਿਲੋਂਗ ਕਰਦਾ ਸੀ, ਉੱਥੇ ਹੀ ਵਿੱਕੀ ਗੌਂਡਰ ਵੀ ਡਿਸਕਸ ਥਰੋ ਦਾ ਨੈਸ਼ਨਲ ਲੈਵਲ ਦਾ ਖਿਡਾਰੀ ਸੀ। ਬਗਾਵਤ ਦੋਨਾਂ ਦੇ ਖੂਨ ਵਿੱਚ ਬਚਪਨ ਤੋਂ ਹੀ ਸੀ। 1987 ਵਿੱਚ ਸੁੱਖਾ ਕਾਹਲੋਂ ਦਾ ਜਨਮ ਹੋਇਆ ਸੀ ਅਤੇ ਸਿਰਫ 28 ਸਾਲ ਦੀ ਉਮਰ ਸੀ ਜਦੋਂ ਉਸ ਨੂੰ ਮਾਰ ਦਿੱਤਾ ਗਿਆ। ਜਦੋਂ ਸੁੱਖਾ ਕਾਹਲੋਂ 17 ਸਾਲ ਦਾ ਸੀ ਤਾਂ ਉਸਦੇ ਮਾਂ-ਬਾਪ ਸੁੱਖਾ ਕਾਹਲੋਂ ਨੂੰ ਛੱਡ ਕੇ ਅਮਰੀਕਾ ਚਲੇ ਗਏ। ਅਕਤੂਬਰ 2008 ਵਿੱਚ ਸੁੱਖਾ ਕਾਹਲੋਂ ਦੀ ਮੈਰਿਜ ਹੋਈ। ਇਸ ਤੋਂ ਬਾਅਦ ਉਹ ਆਪਣੀ ਪਤਨੀ ਦੇ ਨਾਲ ਆਸਟ੍ਰੇਲੀਆ ਚਲਾ ਗਿਆ, ਪਰ ਉੱਥੇ ਉਸਦੀ ਆਪਣੀ ਪਤਨੀ ਦੇ ਨਾਲ ਜ਼ਿਆਦਾ ਨਹੀਂ ਬਣੀ। ਅੱਗੇ ਚੱਲ ਕੇ 2014 ਦੇ ਵਿੱਚ ਦੋਹਾਂ ਦਾ ਤਲਾਕ ਹੋ ਗਿਆ ਅਤੇ ਸੁੱਖਾ ਵਾਪਸ ਭਾਰਤ ਆ ਗਿਆ। ਛੋਟੀ ਉਮਰ ਵਿੱਚ ਹੀ ਸੁੱਖਾ ਕਾਹਲੋਂ ਨੇ ਅਪਰਾਧ ਦੀ ਦੁਨੀਆ ਵਿੱਚ ਕਦਮ ਰੱਖ ਲਿਆ। ਦੂਜੇ ਪਾਸੇ ਵਿੱਕੀ ਗੌਂਡਰ ਦਾ ਜਨਮ 1990 ਨੂੰ ਹੋਇਆ ਸੀ। ਮੁਕਤਸਰ ਦੇ ਪਿੰਡ ਸਰਾਮਾ ਬੋਦਲਾ ਵਿੱਚ ਪਲਿਆ ਵਿੱਕੀ ਗੌਂਡਰ ਬਚਪਨ ਤੋਂ ਹੀ ਡਿਸਕਸ ਥਰੋ ਦਾ ਕਾਫੀ ਵਧੀਆ ਖਿਡਾਰੀ ਸੀ। ਅੱਗੇ ਚੱਲ ਕੇ ਵਿੱਕੀ ਗੌਂਡਰ ਨੇ ਜਲੰਧਰ ਦੀ ਇੱਕ ਸਪੋਰਟਸ ਅਕੈਡਮੀ ਨੂੰ ਜੁਆਇਨ ਕੀਤਾ। ਵਿੱਕੀ ਗੌਂਡਰ ਦਾ ਸੁਪਨਾ ਆਰਮੀ ਦੇ ਵਿੱਚ ਜਾਣ ਦਾ ਸੀ। ਜਲੰਧਰ ਸਪੋਰਟਸ ਅਕੈਡਮੀ ਦੇ ਵਿੱਚ ਹੀ ਵਿੱਕੀ ਗੌਂਡਰ ਦੀ ਮੁਲਾਕਾਤ ਲਵਲੀ ਬਾਬਾ ਦੇ ਨਾਲ ਹੋਈ। ਕੁਝ ਲੋਕਾਂ ਦੇ ਅਨੁਸਾਰ ਲਵਲੀ ਬਾਬਾ ਉਸ ਸਪੋਰਟਸ ਅਕੈਡਮੀ ਦੇ ਵਿੱਚ ਇੱਕ ਕੋਚ ਵਜੋਂ ਸੀ। ਲਵਲੀ ਬਾਬਾ ਨੇ ਹੀ ਵਿੱਕੀ ਗੌਂਡਰ ਅਤੇ ਸੁੱਖਾ ਕਾਹਲੋਂ ਦੀ ਦੋਸਤੀ ਕਰਵਾਈ ਸੀ। ਇੱਥੇ ਹੀ ਪ੍ਰੇਮਾ ਲਾਹੌਰੀਆ, ਵਿੱਕੀ ਗੌਂਡਰ
ਸੁੱਖਾ ਕਾਹਲੋਂ ਅਤੇ ਲਵਲੀ ਬਾਬਾ ਦੀ ਦੋਸਤੀ ਹੋਈ। ਇਹਨਾਂ ਚਾਰਾਂ ਨੇ ਮਿਲ ਕੇ ਇੱਕ ਬਹੁਤ ਵੱਡਾ ਗਰੁੱਪ ਬਣਾਇਆ ਜਿਸ ਦੇ ਵਿੱਚ ਸੈਂਕੜੇ ਨੌਜਵਾਨ ਸੀ। ਅੱਗੇ ਚੱਲ ਕੇ ਕੁਝ ਸਾਲਾਂ ਬਾਅਦ ਸੁੱਖਾ ਕਾਹਲੋਂ ਅਤੇ ਲਵਲੀ ਬਾਬਾ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਸੁੱਖਾ ਕਾਹਲੋਂ ਨੇ ਵਿਧੀਪੁਰ ਦੇ ਸਰਕਾਰੀ ਸਕੂਲ ਦੇ ਜਿਮ ਵਿੱਚ ਲਵਲੀ ਬਾਬਾ ਦਾ ਕਤਲ ਕਰ ਦਿੱਤਾ। ਇਹਨਾਂ ਦਾ ਗਰੁੱਪ ਵੀ ਦੋ ਟੁਕੜਿਆਂ ਦੇ ਵਿੱਚ ਵੰਡਿਆ ਗਿਆ, ਜਿਨ੍ਹਾਂ ਦੇ ਵਿੱਚ ਇੱਕ ਸੀ ਸੋਨੂ ਬਾਬਾ, ਜਿਸ ਦੇ ਵਿੱਚ ਪ੍ਰੇਮਾ ਲਾਹੌਰੀਆ, ਵਿੱਕੀ ਗੌਂਡਰ ਅਤੇ ਸੋਨੂ ਬਾਬਾ ਸੀ, ਜੋ ਕਿ ਲਵਲੀ ਬਾਬਾ ਦਾ ਇੱਕ ਕਾਫੀ ਵਧੀਆ ਮਿੱਤਰ ਸੀ। ਅਤੇ ਦੂਜਾ ਗਰੁੱਪ ਸੁੱਖਾ ਕਾਹਲੋਂ ਦਾ ਗਰੁੱਪ ਸੀ। ਸੋਨੂ ਬਾਬਾ ਦਾ ਗਰੁੱਪ ਹੁਣ ਸੁੱਖਾ ਕਾਹਲੋਂ ਤੋਂ ਲਵਲੀ ਬਾਬਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ। ਲਵਲੀ ਬਾਬਾ ਦੀ ਹੱਤਿਆ ਤੋਂ ਬਾਅਦ ਸੁੱਖਾ ਕਾਹਲੋਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਹਨਾਂ ਸਮਿਆਂ ਦੇ ਵਿੱਚ ਲਵਲੀ ਬਾਬਾ ਦੀ ਮੌਤ ਤੋਂ ਬਾਅਦ ਸੁੱਖਾ ਕਾਹਲੋਂ ਦਾ ਗਰੁੱਪ ਪੰਜਾਬ ਵਿੱਚ ਸਭ ਤੋਂ ਵੱਡਾ ਗੈਂਗਸਟਰ ਗਰੁੱਪ ਸੀ। ਸੁੱਖਾ ਕਾਹਲੋਂ ਦੇ ਉੱਤੇ ਉਸ ਵਕਤ 48 ਕੇਸ ਦਰਜ ਸਨ। ਲਵਲੀ ਬਾਬਾ ਦੀ ਹੱਤਿਆ ਤੋਂ ਬਾਅਦ ਸੋਨੂ ਗਰੁੱਪ ਅਤੇ ਸੁੱਖਾ ਕਾਹਲੋਂ ਗਰੁੱਪ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ। ਇਸੇ ਤਰ੍ਹਾਂ ਹੀ ਇੱਕ ਵਾਰ ਕੋਰਟ ਵਿੱਚ ਜਦੋਂ ਸੁੱਖਾ ਕਾਹਲੋਂ ਲਵਲੀ ਬਾਬਾ ਵਾਲੇ ਕੇਸ ਵਿੱਚ ਪੇਸ਼ੀ ਤੇ ਆਇਆ ਸੀ ਤਾਂ ਸੁੱਖਾ ਕਾਹਲੋਂ ਨੇ ਸੋਨੂ ਬਾਬਾ ਨੂੰ ਲਵਲੀ ਬਾਬਾ ਵਾਲੇ ਕੇਸ ਵਿੱਚ ਗਵਾਹੀ ਨਾ ਦੇਣ ਲਈ ਕਿਹਾ ਅਤੇ ਇਸ ਦੇ ਕਾਰਨ ਹੀ ਦੋਹਾਂ ਦੇ ਵਿਚਕਾਰ ਬਹਿਸ ਵੀ ਹੋਈ। ਇਸ ਬਹਿਸ ਦੇ ਵਿੱਚ ਹੀ ਸੋਨੂ ਬਾਬਾ ਨੇ ਸੁੱਖਾ ਕਾਹਲੋਂ ਦੇ ਥੱਪੜ ਜੜ ਦਿੱਤਾ। ਉਸ ਦਿਨ ਹੀ ਸੁੱਖਾ ਕਾਹਲੋਂ ਨੇ ਇੱਕ ਕਸਮ ਖਾਈ ਸੀ ਕਿ ਜਿਸ ਦਿਨ ਵੀ ਜੇਲ੍ਹ ਤੋਂ ਬਾਹਰ ਆਇਆ ਉਹ ਸੋਨੂ ਬਾਬਾ ਨੂੰ ਨਹੀਂ ਛੱਡੇਗਾ। ਸੋਨੂ ਬਾਬਾ ਇਸ ਗੱਲ ਨੂੰ ਜਾਣਦਾ ਸੀ ਕਿ ਸੁੱਖਾ ਕਾਹਲੋਂ ਜੋ ਵੀ ਕਹਿੰਦਾ ਹੈ ਉਸ ਨੂੰ ਕਰਕੇ ਜ਼ਰੂਰ ਦਿਖਾਉਂਦਾ ਹੈ। ਉਸਨੇ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨੂੰ ਨਾਲ ਲੈ ਕੇ ਸੁੱਖਾ ਕਾਹਲੋਂ ਨੂੰ ਜੇਲ੍ਹ ਵਿੱਚ ਮਾਰਨ ਦੀ ਹੀ ਪਲੈਨਿੰਗ ਬਣਾਈ। ਇਸ ਤੋਂ ਕੁਝ ਸਮਾਂ ਬਾਅਦ ਜਦੋਂ ਸੁੱਖਾ ਕਾਹਲੋਂ ਨੂੰ ਜਲੰਧਰ ਪੇਸ਼ੀ ਤੋਂ ਵਾਪਸ ਲੈ ਕੇ ਆ ਰਹੇ ਸੀ, ਫਗਵਾੜਾ ਦੇ ਕੋਲ ਪੈਂਦੇ ਪਿੰਡ ਜਮਾਲਪੁਰ ਵਿੱਚ ਸੁੱਖਾ ਕਾਹਲੋਂ ਅਤੇ ਉਸ ਦੇ ਨਾਲ 6 ਪੁਲਿਸ ਕਰਮਚਾਰੀਆਂ ਨੂੰ ਇੱਕ ਗੱਡੀ ਨੇ ਰਸਤੇ ਵਿੱਚ ਰੋਕ ਲਿਆ। ਸੁੱਖਾ ਦੀ ਵੈਨ ਰੁਕ ਜਾਣ ਤੋਂ ਬਾਅਦ ਇੱਕ ਗੱਡੀ ਪਿੱਛੋਂ ਆਈ ਅਤੇ ਸਾਰੇ ਗੈਂਗਸਟਰਾਂ ਨੇ ਬਾਹਰ ਨਿਕਲ ਕੇ ਪੁਲਿਸ ਦੇ ਕੋਲੋਂ ਹਥਿਆਰ ਖੋਲ੍ਹੇ। ਸੁੱਖਾ ਕਾਹਲੋਂ ਦੇ ਸਰੀਰ ਵਿੱਚ 100 ਫਾਇਰ ਦਾਗੇ ਗਏ। ਇਸ ਤੋਂ ਬਾਅਦ ਸੁੱਖਾ ਕਾਹਲੋਂ ਦੇ ਚਾਹਣ ਵਾਲੇ ਅਤੇ ਉਹਨਾਂ ਦੇ ਪਰਿਵਾਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਪੁਲਿਸ ਵਾਲੇ ਵੀ ਇਸ ਮਰਡਰ ਕੇਸ ਦੇ ਵਿੱਚ ਗੈਂਗਸਟਰਾਂ ਦੇ ਨਾਲ ਮਿਲੇ ਹੋਏ ਸੀ। ਸੋਸ਼ਲ ਮੀਡੀਆ ਦੇ ਉੱਤੇ ਵਿੱਕੀ ਗੌਂਡਰ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਵਿੱਕੀ ਗੌਂਡਰ ਸੁੱਖਾ ਕਾਹਲੋਂ ਦੀ ਲਾਸ਼ ਦੇ ਉੱਤੇ ਡਾਂਸ ਕਰ ਰਿਹਾ ਸੀ। ਜਿਸ ਵਕਤ ਸੁੱਖਾ ਕਾਹਲੋਂ ਦਾ ਕਤਲ ਕੀਤਾ ਗਿਆ ਉਸ ਵਕਤ ਸੁੱਖਾ ਕਾਹਲੋਂ ਬਿਲਕੁਲ ਨਿਹੱਥਾ ਸੀ। ਇਸ ਕੇਸ ਵਿੱਚ ਕੁਝ ਲੋਕ ਸੁੱਖਾ ਕਾਹਲੋਂ ਨੂੰ ਸਹੀ ਮੰਨਦੇ ਨੇ ਅਤੇ ਕੁਝ ਲੋਕ ਵਿੱਕੀ ਗੌਂਡਰ ਨੂੰ ਸਹੀ ਮੰਨਦੇ ਨੇ, ਕਿਉਂਕਿ ਵਿੱਕੀ ਗੌਂਡਰ ਨੇ ਵੀ ਆਪਣੇ ਦੋਸਤ ਲਵਲੀ ਬਾਬਾ ਦੀ ਮੌਤ ਦਾ ਬਦਲਾ ਲਿਆ ਸੀ। ਸੁੱਖਾ ਕਾਹਲੋਂ ਹੱਤਿਆਕਾਂਡ ਦੇ ਕੁਝ ਮਹੀਨੇ ਬਾਅਦ ਹੀ ਦਸੰਬਰ ਮਹੀਨੇ ਵਿੱਚ ਵਿੱਕੀ ਗੌਂਡਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜੇਲ੍ਹ ਵਿੱਚ ਸੁੱਟ ਦਿੱਤਾ। ਇੱਥੇ ਜੇਲ੍ਹ ਵਿੱਚ ਵਿੱਕੀ ਗੌਂਡਰ ਦੀ ਹੋਰ ਕੈਦੀਆਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ, ਜਿਸ ਤੋਂ ਬਾਅਦ ਵਿੱਕੀ ਗੌਂਡਰ ਨੂੰ ਨਾਭਾ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ। ਅਕਤੂਬਰ 2016 ਵਿੱਚ ਵਿੱਕੀ ਗੌਂਡਰ ਅਤੇ ਉਸਦੇ 5 ਹੋਰ ਸਾਥੀਆਂ ਨੇ ਨਾਭਾ ਜੇਲ੍ਹ ਬ੍ਰੇਕ ਕਾਂਡ ਕਰ ਦਿੱਤਾ। ਇਸ ਕਾਂਡ ਵਿੱਚ ਵਿੱਕੀ ਗੌਂਡਰ ਦੇ 16 ਸਾਥੀਆਂ ਨੇ ਨਾਭਾ ਜੇਲ੍ਹ ਬ੍ਰੇਕ ਕਾਂਡ ਨੂੰ ਅੰਜਾਮ ਦਿੱਤਾ। ਇਸ ਵਿੱਚ ਵਿੱਕੀ ਗੌਂਡਰ ਦੇ ਇਹਨਾਂ 16 ਗੈਂਗਸਟਰ ਸਾਥੀਆਂ ਨੇ ਨਾਭਾ ਜੇਲ੍ਹ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਹਨਾਂ ਨੇ ਵਿੱਕੀ ਗੌਂਡਰ ਅਤੇ ਉਸਦੇ 5 ਹੋਰ ਸਾਥੀਆਂ ਨੂੰ ਜੇਲ੍ਹ ਵਿੱਚੋਂ ਬਾਹਰ ਕੱਢ ਲਿਆ ਅਤੇ ਆਪਣੇ ਨਾਲ ਭਜਾ ਕੇ ਲੈ ਗਏ। ਇਸ ਕੇਸ ਤੋਂ ਬਾਅਦ ਵਿੱਕੀ ਗੌਂਡਰ ਪੰਜਾਬ ਪੁਲਿਸ ਦੇ ਲਈ ਇੱਕ ਸਿਰਦਰਦ ਬਣ ਗਿਆ। ਪੰਜਾਬ ਪੁਲਿਸ ਦੇ ਦੁਆਰਾ ਵਿੱਕੀ ਗੌਂਡਰ ਦੇ ਉੱਤੇ 10 ਲੱਖ ਦਾ ਇਨਾਮ ਰੱਖ ਦਿੱਤਾ ਗਿਆ। ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਵਿੱਕੀ ਗੌਂਡਰ ਦਾ ਪੁਰਾਣਾ ਦੋਸਤ ਪ੍ਰੇਮਾ ਲਾਹੌਰੀਆ ਵੀ ਸ਼ਾਮਲ ਸੀ। ਇਸ ਲਈ ਪੁਲਿਸ ਨੇ ਪ੍ਰੇਮਾ ਲਾਹੌਰੀਆ ਦੇ ਉੱਪਰ 5 ਲੱਖ ਦਾ ਇਨਾਮ ਰੱਖਿਆ। ਅੱਗੇ ਚੱਲ ਕੇ 26 ਜਨਵਰੀ 2018 ਨੂੰ ਪੰਜਾਬ ਪੁਲਿਸ ਨੇ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨੂੰ ਰਾਜਸਥਾਨ ਦੇ ਕੋਲ ਇੱਕ ਇਨਕਾਊਂਟਰ ਦੇ ਵਿੱਚ ਮਾਰ ਦਿੱਤਾ। ਸੁੱਖਾ ਕਾਹਲੋਂ ਦੀ ਮੌਤ 21 ਜਨਵਰੀ 2015 ਨੂੰ ਹੋਈ ਸੀ ਅਤੇ ਦੂਜੇ ਪਾਸੇ ਵਿੱਕੀ ਗੌਂਡਰ ਨੂੰ 26 ਜਨਵਰੀ 2018 ਨੂੰ ਪੁਲਿਸ ਦੇ ਦੁਆਰਾ ਇੱਕ ਇਨਕਾਊਂਟਰ ਦੇ ਵਿੱਚ ਮਾਰ ਦਿੱਤਾ ਗਿਆ।